ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਾਰੀ ਸਮੂਹ ਸਾਧ ਸੰਗਤ ਜੀਓ, ਆਦਬ ਸਹਿਤ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਬੜੇ ਅਦਬ ਸਤਿਕਾਰ ਸਹਿਤ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਜਿਸ ਪਾਵਨ ਸਥਾਨ 'ਤੇ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਬਾਲਾ ਪ੍ਰੀਤਮ ਦੇ ਸਰੂਪ ਦੇ ਵਿੱਚ ਬਖਸ਼ਿਸ਼ਾਂ ਵਰਤਾਈਆਂ ਨੇ। 8ਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਾਵਨ ਸਰੂਪ ਦੇ ਵਿੱਚ ਰਹਿ ਕੇ ਇਸ ਪਾਵਨ ਸਥਾਨ 'ਤੇ ਸਤਿਗੁਰੂ ਸਾਹਿਬ ਜੀ ਨੇ ਹੋਰ ਬਖਸ਼ਿਸ਼ਾਂ ਦਿੱਤੀਆਂ, ਜਿਸ ਸਦਕੇ ਲੋਕਾਈ ਦੇ ਤਨ ਦੇ ਦੁੱਖ ਦੂਰ ਹੋਏ, ਮਨ ਦੇ ਦੁੱਖ ਦੂਰ ਹੋਏ, ਪਰਿਵਾਰਾਂ ਦੇ ਕਲੇਸ਼ ਦੂਰ ਹੋਏ, ਜਿਸ ਨੂੰ ਧਿਆਨ ਵਿੱਚ ਧਰਦਿਆਂ ਹੋਇਆਂ ਅੱਜ ਵੀ ਹਰ ਸਿੱਖ ਹਰ ਰੋਜ਼ ਇੱਕ ਗੱਲ ਜੋ ਦਸ਼ਮੇਸ਼ ਜੀ ਨੇ ਬਖਸ਼ੀ ਹੈ ਦੁਹਰਾਉਂਦਾ ਹੈ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਅੱਜ ਇਸ ਪਾਵਨ ਸਥਾਨ 'ਤੇ ਬੈਠਿਆਂ ਨੂੰ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਅਸੀਂ ਆਪਣੇ ਸਿੱਖ ਮੰਡਲ ਦੇ ਕਿਸੇ ਅਜ਼ੀਮ ਸ਼ਖਸੀਅਤ ਦੇ ਬਾਰੇ, ਉਹਨਾਂ ਦੀ ਯਾਦ ਵਿੱਚ, ਉਹਨਾਂ ਦੇ ਪ੍ਰੇਮ ਦੇ ਵਿੱਚ ਕੁਝ ਸਮਾਂ ਬਤੀਤ ਕਰੀਏ। ਹਾਲਾਂਕਿ ਚਾਹੀਦਾ ਤਾਂ ਇਹ ਹੈ ਕਿ ਇਹੋ ਜਿਹੇ ਅੰਮ੍ਰਿਤਮਈ ਜੀਵਨ ਜੀਉਣ ਵਾਲੇ ਸਦਾ ਹੀ ਸਾਡੀ ਯਾਦ ਵਿੱਚ ਰਹਿਣ, ਪਰ ਚੂੰਕਿ ਮਨੁੱਖੀ ਫਿਤਰਤ ਹੈ, ਸਾਨੂੰ ਹੋਰ ਆਪਣੇ ਜੋ ਸਤਹੀ ਅਤੇ ਵਕਤੀ ਸਮੱਸਿਆਵਾਂ ਹੁੰਦੀਆਂ ਨੇ, ਅਸੀਂ ਉਹਨਾਂ ਦੇ ਵਿੱਚ ਉਲਝ ਜਾਂਦੇ ਹਾਂ ਅਤੇ ਜਿੱਥੋਂ ਸਾਨੂੰ ਸਰੋਤ ਮਿਲ ਰਿਹਾ ਹੁੰਦਾ ਹੈ ਉਹ ਅਸੀਂ ਭੁੱਲ ਜਾਂਦੇ ਹਾਂ। ਦਰਅਸਲ ਇਹ ਜੋ ਮਹਾਂਪੁਰਖਾਂ ਦਾ ਜੀਵਨ ਪੜ੍ਹਨ ਸੁਣਨ ਦਾ ਸਮਾਂ ਪ੍ਰਾਪਤ ਹੁੰਦਾ ਹੈ, ਇਹਨਾਂ ਦੇ ਜੀਵਨ ਵਿੱਚੋਂ ਜੋ ਪ੍ਰੇਮ ਰਿਸ਼ਮਾਂ ਨਿਕਲਦੀਆਂ ਨੇ ਉਹ ਸਾਡੇ ਆਲੇ ਦੁਆਲੇ ਰੋਸ਼ਨ ਕਰਦੀਆਂ ਨੇ। ਜਿਵੇਂ ਅੱਜ ਅਸੀਂ ਸੰਤ ਤੇਜਾ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਮਿਲ ਬੈਠੇ ਹੋਏ ਹਾਂ। ਸਤਿਗੁਰ ਦੇ ਹਜ਼ੂਰ ਜਦੋਂ ਅਸੀਂ ਸੰਤ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਦੋ ਪੱਖ ਆਉਂਦੇ ਨੇ। ਇੱਕ ਜੋ ਦੁਨੀਆ ਵਿਚਾਰਦੀ ਹੈ, ਕਿਉਂਕਿ ਸੰਸਾਰ ਨੂੰ ਦੇਖਣ ਦੇ ਦ੍ਰਿਸ਼ਟੀਕੋਣ ਦੋ ਨੇ। ਵੈਸੇ ਤਾਂ ਦਾਰਸ਼ਨਿਕ ਲੋਕਾਂ ਦੇ ਦ੍ਰਿਸ਼ਟੀਕੋਣ ਅਲੱਗ-ਅਲੱਗ ਹੁੰਦੇ ਨੇ, ਪਰ ਮੂਲਤಃ ਕਿਸੇ ਇੱਕ ਵਸਤੂ ਨੂੰ ਦੇਖਣ ਦੇ ਦੋ ਦ੍ਰਿਸ਼ਟੀਕੋਣ ਨੇ। ਜਿਵੇਂ ਤੁਸੀਂ ਮੇਰਾ ਚਿਹਰਾ ਦੇਖਦੇ ਹੋ ਅਤੇ ਮੈਂ ਤੁਹਾਡਾ ਚਿਹਰਾ ਦੇਖਦਾ, ਬਸ ਮੇਰੇ ਪਿੱਛੇ ਕੀ ਹੈ ਇਹ ਮੈਨੂੰ ਨਹੀਂ ਪਤਾ ਲੱਗ ਰਿਹਾ, ਤੁਹਾਡੇ ਪਿੱਛੇ ਕੀ ਹੈ ਤੁਹਾਨੂੰ ਨਹੀਂ ਪਤਾ ਲੱਗ ਰਿਹਾ। ਸਿਰਫ ਅਸੀਂ ਇੱਕ ਪਾਸਾ ਦੇਖਦੇ ਹਾਂ। ਸੰਸਾਰ ਵੀ ਇਸੇ ਤਰ੍ਹਾਂ ਹਰ ਇੱਕ ਵਿਅਕਤੀਤਵ ਦੇ ਬਾਰੇ ਇੱਕ ਪਾਸੇ ਤੋਂ ਦੇਖਦਾ ਹੈ। ਸੰਤ ਦੇ ਬਾਰੇ ਵੀ ਇੱਕ ਪਾਸੇ ਤੋਂ ਦੇਖਦਾ ਹੈ। ਇਸੇ ਕਰਕੇ ਸੰਸਾਰ ਦੇ ਵਿੱਚ ਇੱਕ ਆਮ ਆਦਮੀ ਦੇ ਬਾਰੇ ਕੋਈ ਚਰਚਾ ਟਿੱਪਣੀ ਨਹੀਂ ਹੈ, ਇੱਕ ਸੰਤ ਦੇ ਬਾਰੇ ਹੀ ਚਰਚਾ ਹੈ, ਸੰਤ 'ਤੇ ਟਿੱਪਣੀ ਹੈ। ਇੱਕ ਸੰਤ ਦੇ ਉਪਾਸ਼ਕ ਵੀ ਨੇ ਅਤੇ ਇੱਕ ਸੰਤ ਦੇ ਨਿੰਦਕ ਵੀ ਨੇ, ਔਰ ਇਹ ਦੋ ਚੀਜ਼ਾਂ ਸੰਸਾਰ ਵਿੱਚ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਨੇ। ਅੱਜ ਤੋਂ ਨਹੀਂ ਕਿਹਾ ਵੀ ਕੋਈ ਕਿਸੇ ਬਾਰੇ ਕੀ ਕਹਿੰਦਾ ਹੈ, ਇਹ ਸਦੀਆਂ ਤੋਂ ਬਾਣੀ ਦਾ ਪਾਠ ਕਰਨ ਵਾਲੇ ਜਾਣਦੇ ਨੇ। ਪਾਤਸ਼ਾਹ ਸਾਹਿਬ ਜੀ ਨੇ ਸਾਨੂੰ ਵਿਸਤਾਰ ਦਿੰਦਿਆਂ ਹੋਏ ਦੱਸਿਆ ਹੈ, ਸੰਤ ਕਹਿ ਦੁਖਨ ਵਾਲੀ ਇਸ਼ਟਪਦੀ ਜਦ ਅਸੀਂ ਪੜ੍ਹਦੇ ਹਾਂ ਅਤੇ ਉਹਦੇ ਵਿੱਚੋਂ ਇਹਦਾ ਖੁਲਾਸਾ ਮਿਲਦਾ ਹੈ। ਇਹਦਾ ਭਾਵ ਹੈ
कि लोग उदों भी संत की निंदा करते होणगे, उदों भी संत की तारीफ करते होणगे। दोनों पक्ष बराबर चलते हैं, पर असां उस्तत अते निंदा दोनों पक्षों तो मुक्त रहना हुंदा है। गुरमत विच उस्तत अते निंदा दा चर्चा नहीं है। ना असीं किसी की निंदा करते हाँ, ना असीं किसी की उस्तत करते हाँ। हाँ, असीं इत्थे बैठ के अपने गुरु की सिक्ख्या की गल करते हाँ। इत्थे बैठ के अपने गुरु वालों जो ज्ञान सानू प्राप्त होया उसकी एक दूजे नाल सांझ करते हाँ, तां कि साडे ज्ञान च आपस च वाधा हो सके। ते ज्ञान चर्चा करते करते असीं गुरु के बख्शे हुए किसी गुण की भी चर्चा कर सकीए, गुण तक पहुँच सकीए, तो गुणों की विचार करते करते असीं भी ज्ञान नूं प्राप्त कर सकीए। ये गल जदों असीं ज्यों ज्यों इन्हां पवित्र जीवनां चों देखते हैं तो पता लगता है कि पातशाह साहब जी ने जो एक बचन बख्शिश किया है, साध कै संग नहीं किछ घाल, दर्शन भेटत होत निहाल। असीं उहदा अर्थ ये समझिया कि हुण साध संगत विच आके बह गए, गुरमुख संगतां को चले गए तो मेहनत करन दी लोड़ ही नहीं। दरअसल उहदे अंदरूनी पक्ष ने असीं अज जिस गल दी करदे हां, जीवन यात्रा करन वाले हर मनुख नूं कुछ गल्लां दी बहुत बारीकी दे नाल पकड़न दी ते विचारन दी जरूरत पैंदी है, और खास करके सिख नूं, क्योंकि सिख दी अगवाई गुरु कर रहे ने ते गुरु सतगुर जागता है देव हर रोज़ साड़ी अगवाई करते हैं। हर रोज़ एक वचन सानू प्राप्त होंदा है। जिवें अज की गल करा, अज इत्थे बैठ के सानू, असीं पूरे मंडल की गल नहीं मैं कर सकता कि संपूर्ण ब्रह्मांड विच सिख कित्थे की कर रहे हैं। अज जितने को जी असीं इस सर्कल दे विच बैठे हाँ, और इस विचार दे नाल जिहड़े दूर दुराडे तकनीकां दे मुताबिक जुड़े हुए ने। जिवें असीं कह सकते हाँ टीवी ते रेडियो दीयां तकनीकां ने, विज्ञान दीयां सहूलतां ने, इहदे नाल जिहड़े जुड़े हुए ने, इस केंद्र दे नाल, इस स्थान दे नाल, इस मरकज़ दे नाल जुड़े ने, उन्हां बारे एक गल करांगा। अज उन्हां दे मन मंडल विच संत तेजा सिंह दी गल कीती जा रही है। संत तेजा सिंह शरीर दे विच विचरे ने ते शरीर की गल पवित्रता ते निर्मलता करके संत लैवल तक पहुँच जाए। तो सच है ना कि बाबा तेजा सिंह जी का भी सधारण जीवन एक सधारण बचपन तो ही आरंभ होया होवेगा ना। ऐसा तो नहीं ना कि यकदम वो पकदा बिल्कुल लाल सुरख रस ना भरिया होया मिठा फल बन गए। लमेरी घालना घाली होवेगी, लमेरा समा गुजरिया होवेगा। हाँ, हुणे मैं पिछे एक चार्ट देख रहा सी जो 1900 तो लैके 1965 तक का उन्हों का जीवन दर्शन उलीकिया गया, जिस टुकड़ियां दे नाल मेन पॉइंट दिते गए ने। तो 1900 पहला तो भी जीवन है सी ना, जे कह सकीए 1900 तो 23 साल पहला का भी उन्हों का जीवन है, जिदे बारे सानू बहुत लोगों को घट पता है। मैं जीवन दीयां कहानियां आप नाल साझी नहीं करनियां, इंज कहना है कि इस शरीर करता पुरख ने सानू बख्शिश किया है, तो इस शरीर का जो शिखर फल है वो कित्थे पहुँचना है। जिवें हर एक चीज़ ने किते ते पहुँचना है ना, किते तो उहदी मंजिल है ना। साडे हर एक दी कोई तो मंजिल होवेगी ना, उहदे अलग अलग नाम हो सकते हैं पर मंजिल तो एक है ना। और उन्हां मंजिलों तक पहुँचने के कुछ पड़ाव होंदे ने। याद रखना, मन की एक मंजिल है, मन एक अवस्था ते पहुँचना चाहता है। साडे चों हर एक व्यक्ति जिहड़ा जी रहा है वो 4 लैवलों ते जी रहा है, शारीरिक, मानसिक, आध्यात्मक ते आत्मक। ये साडे लैवल ने। शरीर दीयां यात्रावां दे बारे सानू बहुत ज्ञान है, तो शरीर के सरोकारां दे बारे साडा बड़ा ध्यान है। इस करके गुरमत दर्शन दे विच शरीर के सरोकारां दी व्याख्या नहीं हुंदी भी की खांदे हो, की पांदे हो, कित्थे जांदे हो, की किरत करदे हो। इहदी बहुती व्याख्या नहीं है। ये अपनी सहूलत मुताबिक तुसीं किरतां करदे आ, सहूलत मुताबिक खांदे आ, सहूलत मुताबिक पहनदे आ, सहूलत मुताबिक जिउंदे आ। बाबे ने एक गल कहती, जिस खाण दे नाल, जिस पहनण दे नाल तन विच दुख
ਅਤੇ ਮਨ ਵਿੱਚ ਵਿਕਾਰ ਆਵੇ, ਉਹ ਹਰ ਖਾਣਾ, ਹਰ ਪਹਿਨਣਾ, ਹਰ ਥਾਂ ਤੇ ਜਾਣਾ ਤਿਆਗ ਦੇ। ਦੂਜੀ ਗੱਲ ਆਈ ਸਾਡੀ ਮਨ ਦੀ ਲੈਵਲ। ਮਨ, ਅਸੀਂ ਸਾਰੇ ਮਨ ਕਰਕੇ ਸ਼ਾਂਤ ਹੋਣਾ ਚਾਹੁੰਦੇ ਹਾਂ। ਸਾਡੇ ਚੋਂ ਹਰ ਇੱਕ ਵਿਅਕਤੀ ਜਿਹੜਾ ਵੀ ਧਰਮ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਇੱਕ ਗੱਲ ਇੱਥੇ ਆ ਕੇ ਜ਼ਰੂਰ ਮੰਗਦਾ ਹੈ, ਬਾਬਾ ਸੁਖ ਸ਼ਾਂਤੀ ਬਖਸ਼ਿਸ਼ ਕਰ। ਸਾਡੇ ਚੋਂ ਹਰ ਇੱਕ ਜੀ ਮੰਗਦਾ ਹੈ, ਬਾਬਾ ਸੁਖ ਸ਼ਾਂਤੀ ਮਿਲੇ। ਤੇ ਸ਼ਾਂਤੀ ਕਿਹਨਾਂ ਨੂੰ ਮਿਲਦੀ ਹੈ? ਜਿਹੜੇ ਸ਼ਾਂਤ ਹੁੰਦੇ ਨੇ। ਸ਼ਾਂਤੀ ਅਤੇ ਸ਼ਾਂਤ ਆਪਸ ਵਿੱਚ ਮਿਲਵੇਂ ਸ਼ਬਦ ਨੇ ਨਾ। ਸ਼ਾਂਤੀ ਉਹਨਾਂ ਨੂੰ ਪ੍ਰਾਪਤ ਹੋਏਗੀ ਜੋ ਸ਼ਾਂਤ ਹੋਣਗੇ। ਜੋ ਸ਼ਾਂਤ ਹੋਣਗੇ ਉਹ ਸੰਤ ਹੋਣਗੇ। ਇੱਕ ਕਲਮ ਸਮਝ ਲਈਏ, ਅਸ਼ਾਂਤੀ, ਉਤੇਜਨਾ ਅੱਜ ਸਾਡੇ ਸਭ ਦੇ ਅੰਦਰ ਹੈ। ਸਭ ਅਸ਼ਾਂਤ ਹਾਂ। ਕਿਉਂ ਅਸ਼ਾਂਤ ਹਾਂ? ਉਤੇਜਿਤ ਹਾਂ। ਕਿਉਂ ਉਤੇਜਿਤ ਹਾਂ? ਅੰਦਰ ਗਰਮੀ ਹੈ। ਪ੍ਰਕਿਰਤੀ ਦਾ ਜਿਹੜੇ ਵਿਗਿਆਨ ਪੜ੍ਹਦੇ ਨੇ ਪਤਾ ਹੈ, ਜਿੱਥੇ ਵੀ ਸੇਕ ਹੋਏਗਾ ਉੱਥੋਂ ਉਭਾਰ ਬਣੇਗਾ। ਉਭਾਰ ਬਣੇਗਾ। ਕਿਤੇ ਵੀ ਸੇਕ ਗਰਮੀ ਪੈਦਾ ਕਰ ਦਿਓ, ਉਹਦਾ ਆਕਾਰ ਫੈਲੇਗਾ। ਕਿਸੇ ਵਸਤੂ ਦਾ, ਭਾਵੇਂ ਕਠੋਰ ਤੋਂ ਕਠੋਰ ਵਸਤੂ ਨੂੰ ਇੱਕ ਵਿਸ਼ੇਸ਼ ਤਾਪਮਾਨ ਤੱਕ ਗਰਮ ਕਰ ਦਿਓ, ਉਹਦਾ ਆਕਾਰ ਫੈਲਣਾ ਸ਼ੁਰੂ ਹੋ ਜਾਏਗਾ। ਜਦੋਂ ਆਕਾਰ ਫੈਲੇਗਾ ਤੇ ਉਹ ਆਪਣੇ ਆਲੇ ਦੁਆਲੇ ਦੇ ਸਰਕਲ ਵਿੱਚ ਇੱਕ ਵਾਈਬ੍ਰੇਟ ਪੈਦਾ ਕਰੇਗਾ, ਇੱਕ ਹਲਚਲ ਪੈਦਾ ਕਰੇਗਾ। ਤੇ ਜਦੋਂ ਉਸ ਨੂੰ ਠੰਡਾ ਕਰ ਦਿਓਗੇ ਤੇ ਉਹ ਉਸ ਨੂੰ ਸੰਕੁਚਿਤ ਕਰ ਲਵੇਗਾ, ਉਹ ਹਲਚਲ ਨੂੰ ਖਤਮ ਕਰ ਦੇਵੇਗਾ, ਜਜ਼ਬ ਕਰ ਲਵੇਗਾ। ਠੀਕ ਇਸੇ ਤਰ੍ਹਾਂ ਸਾਡੇ ਅੰਦਰ ਅਗਨੀ ਹੈ, ਈਰਖਾ ਦੀ ਅਗਨੀ, ਕਾਮ ਦੀ ਅਗਨੀ। ਆਮ ਤੌਰ ਤੇ ਸਤਿਗੁਰੂ ਜੀ ਨੇ ਵੱਡੀਆਂ 4 ਅਗਨੀਆਂ ਦਾ ਚਰਚਾ ਸਾਡੇ ਅੰਦਰ ਕੀਤਾ ਹੈ। ਹੰਸ, ਹੇਤ, ਲੋਭ, ਕੋਪ, ਇਹ 4 ਨਦੀਆਂ ਨੇ ਜੋ ਅੱਗ ਨਾਲ ਭਰੀਆਂ ਨੇ। ਸਾਡੇ ਅੰਦਰ ਅੱਗ ਭਰੀ ਪਈ ਹੈ, ਤ੍ਰਿਸ਼ਨਾ ਦੀ, ਵਿਕਾਰਾਂ ਦੀ। ਹੁਣ ਜਿੱਥੇ ਅੱਗ ਬਲਦੀ ਹੋਵੇਗੀ ਉਸ ਦਾ ਉਤਲਾ ਪਟਲ ਕੀ ਸ਼ਾਂਤ ਹੋਵੇਗਾ? ਨਹੀਂ, ਉਹਦਾ ਤਾਪਮਾਨ ਵਧਿਆ ਹੋਵੇਗਾ, ਉਹਦਾ ਆਕਾਰ ਵਧਿਆ ਹੋਵੇਗਾ। ਇਸੇ ਕਰਕੇ ਸਾਡੇ ਅੰਦਰ ਬੇਚੈਨੀ ਹੈ, ਅਸ਼ਾਂਤੀ ਹੈ। ਅਸੀਂ ਅਸ਼ਾਂਤ ਹਾਂ, ਅਸ਼ਾਂਤ ਹਾਂ ਤੇ ਬੇਚੈਨ ਹਾਂ। ਇਸੇ ਕਰਕੇ ਸੰਸਾਰ 'ਚ ਲੜਾਈ ਝਗੜਾ ਤੇ ਕਲੇਸ਼ ਹੈ। ਹੁਣ ਸਿਧਾਂਤ ਕੀ ਕਹਿੰਦਾ ਹੈ? ਇੱਕ ਬਚਨ ਹੈ, ਤ੍ਰਿਸ਼ਨਾ ਬਿਰਲੇ ਕੀ ਹੀ ਬੂਝੀ ਰੇ। ਅੰਦਰ ਦੀ ਅਗਨ ਸ਼ਾਂਤ ਹੋ ਜਾਏ ਤੇ ਸ਼ਾਂਤੀ ਪ੍ਰਾਪਤ ਹੋ ਜਾਏਗੀ। ਸ਼ਾਂਤੀ ਪ੍ਰਾਪਤ ਕਰਨ ਦੀ ਗੱਲ ਸਾਰੇ ਕਰਦੇ ਨੇ, ਪਰ ਸ਼ਾਂਤ ਹੋਣ ਦੀ ਗੱਲ ਕੋਈ ਨਹੀਂ ਕਰਦਾ। ਸੰਤ ਪਹਿਲਾਂ ਸ਼ਾਂਤ ਹੋਣ ਦੀ ਗੱਲ ਕਰਦਾ ਹੈ, ਤਾਂ ਉਹ ਸੰਤ ਹੁੰਦਾ ਹੈ। ਕਿਉਂਕਿ ਸ਼ਾਂਤ ਹੁੰਦਾ ਹੈ। ਇੱਕ ਨਿੱਕਾ ਜਿਹਾ ਵਾਰਤਾਲਾਪ ਸ਼ਾਇਦ ਵਡੇਰਿਆਂ ਪੜ੍ਹਿਆ ਸੁਣਿਆ ਹੋਵੇ, ਮੈਂ ਵੀ ਆਪਣੇ ਤੋਂ ਵਡੇਰਿਆਂ ਤੋਂ ਸੁਣਿਆ। ਸੰਤ ਬਾਬਾ ਅਤਰ ਸਿੰਘ ਜੀ ਦਾ ਤੇ ਸੰਤ ਬਾਬਾ ਤੇਜਾ ਸਿੰਘ ਜੀ ਦਾ ਕਿਤੇ ਬੈਠਿਆਂ ਹੋਇਆਂ ਵਾਰਤਾਲਾਪ ਹੋਇਆ। ਬਾਬਾ ਤੇਜਾ ਸਿੰਘ ਜੀ ਬਾਬਾ ਸੰਤ ਅੰਤਰ ਸਿੰਘ ਜੀ ਦੇ ਪਾਸ ਬੈਠੇ, ਸਹਿਜ ਅਤੇ ਸ਼ਾਂਤੀ ਦੀ ਗੱਲ ਚੱਲ ਪਈ। ਕਰਦੇ ਕਰਦੇ ਕਹਿਣ ਲੱਗੇ ਵੀ ਜੋ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਹਿਜ ਅਤੇ ਸ਼ਾਂਤੀ ਦੇ ਸੰਕਲਪ ਉਲੀਕੇ ਨੇ, ਕੀ ਐਸਾ ਹੋ ਸਕਦਾ ਹੈ? ਕੀ ਐਸਾ ਹੋਇਆ? ਤੇ ਇਹਦਾ ਜੋ ਰੂਪਕ ਹੈ ਉਹ ਕੈਸਾ ਹੋਵੇਗਾ? ਤੇ ਸੰਤ ਬਾਬਾ ਅਤਰ ਸਿੰਘ ਜੀ ਦਾ ਬਚਨ ਸੀ ਵੀ ਇਸ ਨੂੰ ਸਮਝਣ ਵਾਸਤੇ ਕੇਵਲ ਸੁਣਨਾ ਹੈ ਕਿ ਰੂਪਕ ਕਰਕੇ ਵੇਖਣਾ ਹੈ। ਕਹਿਣ ਲੱਗੇ ਜੀ ਰੂਪਕ ਕਰਕੇ ਪਤਾ ਲੱਗ ਜਾਏ, ਉਦਾਹਰਣ ਕਰਕੇ ਤੇ ਛੇਤੀ ਸਮਝ ਆ ਜਾਂਦਾ ਹੈ। ਕਹਿਣ ਲੱਗੇ ਫਿਰ ਤੁਸੀਂ ਬੈਠੇ ਹੋ, ਕੋਈ ਵਿਅਕਤੀ ਆਵੇ, ਉਹ ਬੋਲ ਕਬੋਲ ਬੋਲਦਾ ਆਵੇ, ਬੋਲਦਿਆਂ ਬੋਲਦਿਆਂ ਤੁਹਾਨੂੰ ਗਾਲੀ ਗਲੋਚ ਤੱਕ ਉਤਰ ਜਾਏ। ਗਾਲੀ ਗਲੋਚ ਤੋਂ ਉਤਰਦਿਆਂ ਤੁਹਾਡੇ ਹੱਥੀਂ ਪੈ ਜੇ। ਹੱਥੀਂ ਪੈਂਦਾ ਪੈਂਦਾ ਤੁਹਾਨੂੰ ਧੱਕੇ ਤੱਕ ਮਾਰੇ, ਘੁਸੁਣ ਤੱਕ ਮਾਰੇ, ਲੱਤਾਂ ਮਾਰੇ, ਪਰ ਤੁਹਾਡੇ ਮਨ ਵਿੱਚ ਉਸ ਦੇ ਪ੍ਰਤੀ ਕੋਈ ਲਹਿਰ ਨਾ ਉਤਪੰਨ ਹੋਵੇ, ਤਾਂ ਸਹਿਜ ਹੈ। ਬਾਬਾ ਕੀ ਐਸਾ ਹੋਇਆ ਕਦੇ? ਕੀ ਐਸਾ ਕਦੇ ਇਤਿਹਾਸ ਵਿੱਚ ਹੋਇਆ? ਕਹਿਣ ਲੱਗੇ ਹਾਂ ਹੋਇਆ। ਦੇਖਣਾ ਹੈ, ਗੋਇੰਦਵਾਲ ਚਲੇ ਜਾਓ। ਗੋਇੰਦਵਾਲ ਵਿੱਚ ਤੋਂ ਤੁਹਾਨੂੰ ਸੰਤ ਦੇ ਦੀਦਾਰ ਹੋ ਜਾਣਗੇ। ਗੋਇੰਦਵਾਲ ਤੋਂ ਸ਼ਾਂਤੀ ਦੇ ਦੀਦਾਰ ਹੋ ਜਾਣਗੇ, ਜਿੱਥੇ 75 ਸਾਲ ਤੋਂ ਵਡੇਰੀ ਉਮਰ ਦੇ ਬਾਬਾ ਅਮਰਦਾਸ ਬੈਠੇ ਨੇ। ਇਸੇ ਤਰ੍ਹਾਂ ਭਰੇ ਦਰਬਾਰ ਵਿੱਚ ਬਾਬਾ ਦਾਤੂ ਆਉਂਦੇ ਨੇ, ਉੱਥੋਂ ਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ। ਉੱਚੀ ਉੱਚੀ ਬੋਲ ਕਬੋਲ, ਜੋ ਮਨ ਆਇਆ ਮੂੰਹ ਆਇਆ ਬੋਲਦੇ ਗਏ। ਇੱਥੇ ਆ ਗਏ, ਗਾਲੀ ਗਲੋਚ ਤੱਕ ਆ ਗਏ, ਉੱਥੇ ਚਲੇ ਗਏ, ਉੱਥੇ ਜਾ ਕੇ ਹੱਥੀਂ ਪੈ ਕੇ ਧੱਕਾ ਮਾਰਿਆ,
आसन तो थले डिगता, लत्तां कढ मारियां ते जदों सुरत करके उठे ते पैर घुटन लग पे। तुसीं मेरे सतगुरु दे साहिबजादे हो, किते सट तां नहीं लग गई? शांति इत्थे जाके वसदी है। अज असीं संत दी गल करदे हां, असां दा सारियां दा याद रखना जो शिखर है साडी, जो रूहानी मंडल दी यात्रा मंजिल है, वो संत ही है। सानू तद तक छुट्टी नहीं मिलनी इस जीवन चक्र विचों जब तक असीं पूर्ण तौर ते शांत नहीं हो जाते। जब तक शांत हो जावांगे तद जाके इस जीवन चक्र तो मुक्ति मिल जाएगी। मुक्त होना गल्ली बात नहीं थोड़ा है। खैर, जितना हिरदा शांत हो जाए उतना ही संत हो जाता है। अज की गल कर लवां, संत पूर्ण तौर पर शांत है, तो शांति विच टिकिया होया व्यक्ति ही कुछ कारनामे कर सकता है। जिवें प्रकृति का नियम है कि रुख जमीन च उगदा है, उच्चा उठदा 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 इन्ना उच्चा उठ जाता है, मनुख के हाथ तो उच्चा लंघ जाता है। जदों उसनूं फल लगता है तो फिर वापस धरती वाल मुड़ पैंदा है। इस तरह संत पहला जीवन च उठदा है, उच्चा उठदा 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 इन्ना उच्चा उठ जाता है कि आम लोगों की पकड़ तो उच्चा उठ जाता है। पर जदों उसनूं फल लगता है तो फिर उन्हां लोकां वाली वो मुड़ पैंदा है, वो झुक जाता है, वो लोकां वास्ते ही काम करन लग पैंदा है। इन्हां नूं देख लईए, पढ़ते रहे, डिग्रियां लैंदे रहे, गोल्ड मैडल लैंदे रहे, तो कुछ वो कारनामे कीते ने जिहड़े इतिहास विच रिकॉर्ड है। सानू पता होना चाहिए। खालसा कॉलेज अमृतसर के पहले सिख प्रिंसीपल होने का माण है। संसार ਦੀਆਂ ਵੱਡੀਆਂ यूनिवर्सिटियां ਦੇ ਵਿੱਚ दस्तार बन के दाखला लैण का ये माण है। अज असीं फखर ना कह सकते हैं कि संसार दे विच अगर दस्तारधारी किसी व्यक्ति नूं दाखला मिलिया कैंब्रिज दे विच, हार्वर्ड दे विच, ते वो बाबा तेजा सिंह जी सन। खालसा कॉलेज दा पहला सिख प्रिंसीपल होए तो बाबा तेजा सिंह जी सन। ये मान है। और जदों वडप्पण प्राप्त होया तो फिर चुक गए। जिस विद्या ने हुणे गल सुन स हाईली क्वालीफाइड शब्द वरत्या जा रहा सी, इन्नी उच्ची विद्या प्राप्त की, एक शिखर मिलिया, रस भरिया। संत बाबा अतर सिंह जी संगत करके जदों रस भर गया तो फिर उही संसार विच रस वंडण वास्ते अकैडमियां खुलण तुर पए भी जिस विद्या के रस्ते ते मैनू मान प्राप्त होता है, तुसीं भी उस विद्या की राह ते तुर पो भाई। उत्थों तुहानूं भी रस प्राप्त होवे, तुहानूं भी रोशनी प्राप्त होवे, तुहानूं भी मान प्राप्त होवे। गुर किरपा करन। असीं इन्हां महापुरखां नूं, मैं शब्द महापुरख ही वरतना क्योंकि तो बिना साडे कोई शब्द नहीं। दरअसल ये जन ने, ये जन परोपकार लई आउंदे ने, जीवन दान विच दे के, भगती विच ला के फिर आप वापस अपने घर विच चले जाते हैं। अज उन्हां संत दी इस अवस्था ते सानूं पहुँचना। एक बेनती होर करदे हां, फिर दोहरादे हां, साडा सारियां दा निशाना संत है। शरीर करके नहीं कि सारे चोले पा लईए, सारियां शांत होना है। सारियां दी मंग है बाबा शांति मिले। अज साडे चों हर एक व्यक्ति कह रहा है मेरे घर परिवार शांति होवे, बाबा मेरा मन शांति प्राप्त करे, मैनू शांति नहीं मिलती, मेरे घर शांति नहीं आती। तो चेता रखना, शांति तद आएगी जब शांत हो जाओगे, तो शांत तद होगे जब विकारां दे भांबड़ां तो बच जाओगे, तो विकारां दे भांबड़ां तो तद बचोगे जब साडे हिरदे दे उत्ते गुरु की बाणी दे अमृत दे छिट्टे पैणगे, तद जाके शांति मिलेगी। एक वचन कह के समाप्ति करांगा। जलतो बलतो तो किया गुरु चंदन शीत लायो। ये गुरु की बाणी च अमृत रस वो है जो जलदे बलदे हिरदियां नूं शांत कर देंदा है। गुरु किरपा करन असीं इन्हां महापुरखां दे जीवन च रह के सिख सकीए भी असां शांत किवें रहना है। उतार चढ़ा आउंदे रहण ते हमेशा आगाहां को त्रांग, पिछा फिर न मोहड़ा, नानक सिज इवे हवार, बहुर न होवी जन्मड़ा दे सिद्धांतां ते पैरा देंदियां होया असां चलना है। गुरु किरपा करना। अज उन्हां संत दी याद विच प्यार ना बैठे हाँ, बेनती करिए साडे सब दे हिरदे शांत हो जाण। जब शांत हो जाणगे तो असीं भी संत नूं समझ सकांगे,
तो संत बनन दे राह ते तुर पवांगे। संत हो जावांगे तो सिपाही बन जावांगे। संत सिपाही बन गए तो खालसा हो जावांगे, फिर असीं खालसा ही होवांगे, क्योंकि खालसा ही संत सिपाही हुंदा है ते संत सिपाही ही खालसा हुंदा है। ये नाम अलग अलग हो जाते हैं। असीं बेनती करिए साडा मन शांत हो जाए। मन शांत होएगा संगत विच आके, जिथे कि साध के संग नहीं किछ काल। इत्थे मानसिक क्रिया नहीं करनी, शांति प्राप्त करनी। अज इतने को वचन पूर्ण करना सतगुरु की बख्शिश। धन्यवाद पातशाह दा, कोटान कोट शुकराना सतगुरु पातशाह दा। ते खास करके साडे वडेरे जी प्रबंधक वीर ने चड्ढा साहब जी, जिन्होंने मान ते प्यार बख्शे। सारे ही बड़ू साहब ट्रस्ट वाले संगतां ते खास कर संत बाबा इकबाल सिंह जी, जो इस वक्त सारे ही सिलसिले की सुचज जी अगवाई कर रहे हैं, तो जिन्हां दे विचों प्यार ढलकदा है, नूर ढलकदा है, ते जिन्हां ने उस महान संत की निकटवर्ती छोह प्राप्त की है, उस छोह विचों अज भी उसका आनंद माणिया जा सकता है। जो प्यार ना वो छोह प्राप्त होंदी तो उसके विच वो निग है, बशर्ते साडा हिरदा शांत होवे ते ग्रहण शक्ति होवे ते पात्रता होवे, वो रस अज भी भरदा है। गुरु कृपा करन असीं उस रस नूं इस संगत विचों गुरु के प्यार बाणी दे दर्शन चों प्राप्त कर सकीए। इतने को बचन प्रवान करना, होईयां गलतियां भुलां दी खिमा। फतेह बुलाउणा जी। वाहिगुरू जी का खालसा, वाहिगुरू जी की फतेह।